असलामुअलैकुम मेरे सारे भैन भरावां नूं वैलकम टू अनाया किचन। अज मैं थोड़े वास्ते मज़ेदार तरीन सब दी आन जान शान कड़ी दी रेसिपी लैके आई हां। तुसीं ना सुन के ते दंग रह गए होंगे। कड़ी दी रेसिपी बहुत ही मज़ेदार बनी सी। तुसीं यकीन मानो मैं आपे उंगलियां चटदी रह गई सी, इन्नी मज़ेदार बनी सी। ਇਹਦੇ ਨਾਲ ਅਸੀਂ ਇਹਦੇ ਉੱਤੇ ਮਿਰਚ हमने ਤੇ ਨਾਲ ਜ਼ੀਰੇ ਦਾ ਤੜਕਾ ਲਾ ਲਿਆ ਤੇ ਉਹਨੇ ਤੇ ਚਾਰ ਚੰਦ ਹੀ ਲਾ ਤੇ ਫਿਰ ਇਹਨੂੰ ਹੋਰ ਚਟਪਟਾ ਕਰਨ ਵਾਸਤੇ ਅਸੀਂ ਮਿਰਚਾਂ ਲੈ ਕੇ ਉਹਨਾਂ ਨੂੰ ਬੇਸਨ 'ਚ ਡੁਬੋ ਕੇ ਫਰਾਈ ਕੀਤਾ ਤੇ ਬਹੁਤ ਹੀ ਲਜ਼ੀਜ਼ ਬਣੀ ਸੀ ਸਾਡੀ ਕੜੀ। ਇੰਨੀ ਲਜ਼ੀਜ਼ ਕਿ ਮੈਂ ਆਪੇ ਉਂਗਲੀਆਂ ਚੱਟਦੀ ਰਹਿ ਗਈ। ਮੈਨੂੰ ਕੋਈ ਸ਼ੈ ਪਸੰਦ ਨਹੀਂ ਆਉਂਦੀ ਲੇਕਿਨ ਮੈਨੂੰ ਕੜੀ ਪਸੰਦ ਆ ਗਈ। ਤੁਸੀਂ ਵੇਖ ਸਕਦੇ ਮੈਨੂੰ ਪਸੰਦ ਆ ਗਈ ਤੇ ਤੁਹਾਨੂੰ ਵੀ ਪਸੰਦ ਆ ਹੀ ਜਾਏਗੀ। ਅਸੀਂ ਇਹਦੇ ਨਾਲ ਚਾਵਲ ਬੋਇਲ ਕੀਤੇ ਸੀ। ਕੜੀ ਨਾਲ ਚਾਵਲ ਤੇ ਮਜ਼ੇਦਾਰ ਹੀ ਲੱਗਦੇ ਨੇ, ਇੰਨੇ ਮਜ਼ੇਦਾਰ ਲੱਗੇ ਸੀ। ਉਹਦੇ ਬਾਅਦ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ। ਅੱਜ ਸੀ ਇਤਵਾਰ ਤੇ ਸਾਡੇ ਘਰ ਮਹਿਮਾਨ ਵੀ ਸੀ ਤੇ ਈਦ ਦਾ 5ਵਾਂ ਦਿਨ ਸੀ ਤੇ ਅਸੀਂ ਕੜੀ ਚਾਵਲ ਵੀ ਬਣਾਉਣੇ ਸੀ ਤੇ ਮੰਮਾ ਨੇ ਕੱਪੜੇ ਵੀ ਧੋਣੇ ਸੀ ਤੇ ਅੱਜ ਅਸੀਂ ਇੰਨਾ ਅੱਜੜ ਕੱਪੜਿਆਂ ਦਾ ਧੋਇਆ, ਯਕੀਨ ਮੰਨੋ ਅਸੀਂ ਇੰਨੇ ਕੱਪੜੇ ਧੋਏ, ਇੰਨੇ ਕੱਪੜੇ। ਤੇ ਇਹਨੂੰ ਛੱਡਦੇ ਹਾਂ, ਬਾਅਦ 'ਚ ਦੱਸਾਂਗੀ ਮੈਂ। ਅਸੀਂ ਆਉਂਦੇ ਹਾਂ ਕੜੀ ਦੇ ਟੌਪਿਕ 'ਚ। ਅਸੀਂ ਲੈ ਲਿਆ ਅੱਧਾ ਕਿਲੋ ਅਸੀਂ ਬੇਸਨ ਲੈ ਲਿਆ, ਪਕੌੜਿਆਂ ਵਾਸਤੇ ਮਸਟ ਹੁੰਦਾ ਅਤੇ ਕੜੀ 'ਚ ਵੀ ਯੂਜ਼ ਹੁੰਦਾ ਹੈ। ਠੀਕ ਹੈ, ਅਸੀਂ ਇਹਨੂੰ ਅੱਛੇ ਤਰੀਕੇ ਨਾਲ ਛਾਣ ਲਿਆ ਤਾਂ ਕਿ ਕੋਈ ਸੁੰਡੀ ਸ਼ੁੰਡੀ ਨਾ ਹੋ, ਕਿਉਂਕਿ ਸਫਾਈ ਲਾਜ਼ਮੀ ਹੁੰਦੀ ਹੈ। ਉਹਦੇ ਬਾਅਦ ਅਸੀਂ ਲੈ ਲਿਆ ਪਾਲਕ ਅੱਧਾ ਕਿਲੋ। ਪਾਲਕ ਨੂੰ ਅਸੀਂ ਅੱਛੇ ਤਰੀਕੇ ਨਾਲ ਧੋ ਲਿਆ, ਪਤਲੀ ਪਤਲੀ ਅਸੀਂ ਪਾਲਕ ਕੱਟ ਲਈ। ਉਹਦੇ ਬਾਅਦ ਅਸੀਂ ਆਉਂਦੇ ਹਾਂ ਮਸਾਲਿਆਂ 'ਤੇ। ਅਸੀਂ ਬੇਸਿਕ ਮਸਾਲੇ ਸੁਰਖ ਮਿਰਚ, ਜ਼ੀਰਾ, ਮੋਟੇ ਮਸਾਲੇ, ਕਾਲੀ ਮਿਰਚ, ਕੌਰਮਾ ਮਸਾਲਾ, ਹਲਦੀ, ਨਮਕ ਅਤੇ ਕਾਲੀ ਮਿਰਚ। ਇਹ ਕੁਛ ਬੇਸਿਕ ਮਸਾਲੇ ਲਏ ਸੀ ਅਸੀਂ, ਇਹ ਕੜੀ 'ਚ ਇਸਤੇਮਾਲ ਹੁੰਦੇ ਨੇ। ਮੈਂ ਕਿਹਾ ਤੁਹਾਨੂੰ ਦੱਸਦਾ। ਤੇਜ਼ ਪੱਤਾ ਵੀ ਲਿਆ ਸੀ। ਉਹਦੇ ਬਾਅਦ ਅਸੀਂ ਲੈ ਲਿਆ 4 ਪਿਆਜ਼ ਲੈਣੇ, ਉਹਨਾਂ ਨੂੰ ਅਸੀਂ ਰਫਲੀ ਕੱਟ ਲਿਆ ਅਤੇ ਅਸੀਂ 12-13 ਅਸੀਂ ਮਿਰਚਾਂ ਲੈ ਲਈਆਂ ਨੇ। ਤੁਸੀਂ ਆਪਣੇ ਹਸਬੇ ਜ਼ਾਇਕਨ ਮਿਰਚਾਂ ਦਾ ਇਸਤੇਮਾਲ ਕਰ ਸਕਦੇ ਹੋ। ਅਸੀਂ 12-13 ਲਈਆਂ। ਅਸੀਂ ਜ਼ਿਆਦਾ ਤਿੱਖਾ ਨਹੀਂ ਖਾਂਦੇ, ਅਸੀਂ ਨੋਰਮਲ ਟੇਸਟ ਹੁੰਦਾ ਸਾਡਾ। ਹੁਣ ਅਸੀਂ ਚਿਪਸ ਆਲੂਆਂ ਵਾਸਤੇ, ਪਕੌੜਿਆਂ ਵਾਸਤੇ ਅਸੀਂ ਕੱਟ ਲਈਆਂ ਨੇ। ਆਲੂਆਂ ਨੂੰ ਪਤਲਾ ਪਤਲਾ ਕੱਟ ਲਿਆ। ਅਸੀਂ ਪਿਆਜ਼ ਜ਼ਿਆਦਾ ਇਸ ਲਈ ਕੱਟੇ ਸੀ, ਕੁਝ ਕੜੀ 'ਚ ਪੈਣਗੇ, ਕੁਝ ਪਕੌੜਿਆਂ 'ਚ। ਅਤੇ ਅਸੀਂ 12-13 ਇਸ ਲਈ ਸੀ, ਅੱਧੀਆਂ ਪਕੌੜਿਆਂ 'ਚ ਪੈਣਗੀਆਂ ਅਤੇ ਅੱਧੀਆਂ ਕੜੀ 'ਚ ਪੈਣਗੀਆਂ। ਉਹਦੇ ਬਾਅਦ ਅਸੀਂ ਅਦਰਕ ਲਸਣ ਦਾ ਪੇਸਟ ਲਿਆ। ਤੁਸੀਂ ਮੇਰੀ ਜਿੰਨੀ ਵੀ ਵੀਡੀਓ ਵੇਖ ਲਿਆ, ਅਦਰਕ ਲਸਣ ਦਾ ਪੇਸਟ ਤਾਂ ਮੇਰੇ ਮਸਟ ਹੁੰਦਾ ਨਾ, ਜ਼ਾਇਕੇ ਵਾਸਤੇ ਹੁੰਦਾ ਨਾ। ਉਹਦੇ ਬਾਅਦ ਸਾਨੂੰ ਆਈ ਸੀ ਗਿਫਟ, ਇੱਕ ਆਈ ਸੀ ਲੱਸੀ ਦੀ ਬੋਤਲ। ਮੈਂ ਕਿ ਆਪਣੇ ਵਿਊਵਰਸ ਵਾਸਤੇ ਮੰਮਾ ਕੋਲੋਂ ਰਿਕੁਐਸਟ ਕੀਤੀ ਸੀ, ਮੰਮਾ ਮੈਂ ਆਪਣੇ ਵਿਊਵਰਸ ਵਾਸਤੇ ਕੜੀ ਦੀ ਰੈਸਪੀ ਲੈ ਕੇ ਜਾਣੀ ਹੈ ਅਤੇ ਇਹਨੂੰ ਪਲੀਜ਼ ਨਾ ਪਕਾਈਓ। ਅਤੇ ਮੈਂ ਕਿਹਾ, ਮੰਮਾ ਨੇ ਕਿਹਾ ਠੀਕ ਹੈ, ਤੂੰ ਆਪਣੇ ਵਿਊਵਰਸ ਵਾਸਤੇ ਰੈਸਪੀ ਲੈ ਲਈ ਕੜੀ ਦੀ। ਹੁਣ ਅਸੀਂ ਜਿਹੜੇ ਬੇਸਨ ਲੈ ਲਿਆ, ਉਹਨੂੰ ਅੱਛੇ ਤਰੀਕੇ ਨਾਲ ਦੁਬਾਰਾ ਅਸੀਂ ਛਾਣ ਲਿਆ ਤਾਂ ਕਿ ਕੋਈ ਵੀ ਹਾਈਜੀਨ ਦਾ ਖਿਆਲ ਰੱਖਣਾ, ਤਾਂ ਕਿ ਕੋਈ ਵੀ ਸੁੰਡੀ ਸ਼ੁੰਡੀ ਨਾ। ਹੁਣ ਅਸੀਂ ਇਹਨੂੰ ਬੇਸਨ ਨੂੰ ਛਾਣ ਲਿਆ। ਛਾਣਨ ਦੇ ਬਾਅਦ ਅਸੀਂ ਜਿਹੜੀ ਲੱਸੀ ਲਈ ਸੀ ਉਹ ਅਸੀਂ ਇਹਦੇ ਵਿੱਚ ਪਾ ਦਿੱਤੀ ਹੈ। ਲੱਸੀ ਨੂੰ ਅਸੀਂ ਇਹਦੇ ਵਿੱਚ ਪਾ ਕੇ ਇਹਦੀ ਲੇਈ ਬਣਾ ਲੈਣੀ ਹੈ, ਬੇਸਨ ਦੀ ਲੇਈ ਬਣਾਉਣੀ ਹੈ। ਫਿਰ ਵਾਸਤੇ ਇੱਕ ਮਿਕਸਚਰ ਤਿਆਰ ਕਰਨਾ, ਉਹਦੀ ਰੈਸਪੀ ਹੈ। ਠੀਕ ਹੈ, ਅਸੀਂ ਲੱਸੀ ਦੇ ਮਿਕਸਚਰ ਦਾ ਅਸੀਂ ਕੜੀ ਦੇ ਮਿਕਸਚਰ ਤਿਆਰ ਕਰਨਾ ਹੈ। ਉਹਦੇ ਵਾਸਤੇ ਅਸੀਂ ਲੈ ਲਈ ਹੈ ਲੱਸੀ ਇਹਦੇ ਵਿੱਚ ਪਾ ਦੇਣੀ ਹੈ ਅਤੇ ਇਹਨੂੰ ਵੀ ਅਸੀਂ ਮਿਕਸ ਕਰ ਦੇਣਾ ਅੱਛੇ ਤਰੀਕੇ ਨਾਲ। ਇਹਨੂੰ ਹੱਥਾਂ ਨਾਲ ਹੀ ਕਰ ਲਿਓ ਤਾਂ ਕਿ ਚਮਚ ਨਾਲ ਸਹੀ ਨਹੀਂ ਹੁੰਦਾ। ਇਹ ਬੇਸਨ ਹੈ ਅਤੇ ਇਹਦੀ ਗੁਠਲੀਆਂ ਬਣ ਜਾਂਦੀਆਂ ਨੇ, ਤੁਸੀਂ ਹੱਥਾਂ ਨਾਲ ਕਰ ਲਿਓ। ਵੀ ਆਰ ਪੰਜਾਬੀ, ਵੀ ਆਰ ਨੋਟ ਚਮਚਾ ਯੂਜ਼, ਵੀ ਆਰ ਹੱਥ ਯੂਜ਼। ਠੀਕ ਹੈ, ਅਸੀਂ ਚੰਗੇ ਤਰੀਕੇ ਨਾਲ ਇਹਨੂੰ ਮਿਕਸ ਕਰਦੇ ਹਾਂ। ਉਹਦੇ ਬਾਅਦ ਕੜੀ ਦਾ ਮਿਕਸਚਰ ਬਣ ਰਿਹਾ, ਉਹਦੇ ਵਾਸਤੇ ਅਸੀਂ ਇਹਦੇ ਵਿੱਚ ਪਾ ਦੇਣਾ ਹੁਣ ਜਿਹੜਾ ਹੁੰਦਾ ਜ਼ਰਦੇ 'ਚ ਪੈਂਦਾ ਹੈ ਜ਼ਰਦਾ ਕਲਰ, ਉਹ ਅਸੀਂ ਇਹਦੇ ਵਿੱਚ ਸੁੱਟ ਲੈਣਾ। ਅੱਧਾ ਚਮਚ, ਅੱਧੇ ਤੋਂ ਵੀ ਥੋੜ੍ਹਾ ਚਮਚ ਅਸੀਂ ਇਹਦੇ ਵਿੱਚ ਪਾ ਤਾ ਚਾਈਨੀਜ਼ ਨਮਕ ਕਹਿ ਰਹੀ ਹਾਂ, ਜ਼ਰਦਾ ਕਲਰ। ਗਲਤੀ ਵੀ ਹੋ ਜਾਂਦੀ ਹੈ ਇਨਸਾਨ ਤੋਂ, ਮਾफ़ ਕਰਨਾ ਚਾਹੀਦਾ। ਅੱਲਾਹ ਤਾਲਾ ਮਾफ़ ਕਰਨ ਵਾਲੇ ਨੂੰ ਪਸੰਦ ਫਰਮਾਉਂਦਾ। ਠੀਕ ਹੈ, ਉਹਦੇ ਬਾਅਦ ਅਸੀਂ ਇੱਕ ਵੱਡਾ ਚਮਚ ਅਸੀਂ ਇਹਦੇ ਵਿੱਚ ਪਾ ਦਿੱਤੀ ਹੈ ਹਲਦੀ ਪਾਉਣ ਦੇ ਬਾਅਦ ਅਸੀਂ ਜ਼ਰਦਾ ਕਲਰ ਪਾਇਆ ਸੀ ਅਤੇ ਹਲਦੀ ਪਾਈ ਹੈ। ਇਹ 2 ਮਸਾਲੇ ਪਾ ਕੇ ਇਹਨੂੰ ਮਿਕਸ ਕਰ ਲੈਣਾ ਅੱਛੇ ਤਰੀਕੇ ਨਾਲ। ਇਹਨੂੰ ਮਿਕਸ ਕਰਨਾ ਹੈ ਚਮਚ ਨਾਲ, ਅਸੀਂ ਮਿਕਸ ਕੀਤਾ ਸੀ।
ਅਤੇ ਇਹ ਵੇਖ ਸਕਦੇ ਹੋ ਜਿਹੜਾ ਸਾਡਾ ਹੈ ਕੜੀ ਵਾਲਾ ਮਿਕਸਚਰ ਉਹ ਤਿਆਰ ਹੈ ਅਤੇ ਸਾਡੀ ਇੱਕ ਵੀ ਗੁਠਲੀ ਨਹੀਂ ਬਣੀ। ਕੁਝ ਬਣੀਆਂ ਸੀ ਲੇਕਿਨ ਅਸੀਂ ਉਹਨੂੰ ਵੀ ਅੱਛੇ ਤਰੀਕੇ ਨਾਲ ਮਿਕਸ ਕਰ ਲਿਆ। ਉਹਦੇ ਬਾਅਦ ਅਸੀਂ ਲੈ ਲਏ ਨੇ 2 ਵੱਡੇ ਟਮਾਟਰ ਅਸੀਂ 2 ਵੱਡੇ ਟਮਾਟਰ ਟਮਾਟਰ ਜਿਹੜਾ ਕੜੀ ਨੂੰ ਖੱਟਾ ਕਰਦੇ ਨੇ, ਮਗਰ ਲੱਸੀ ਇੰਨੀ ਖੱਟੀ ਹੁੰਦੀ ਹੈ, ਤੁਸੀਂ ਇਹ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਸਕਿਪ ਕਰਨਾ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ। ਉਹਦੇ ਬਾਅਦ ਅਸੀਂ ਲੈ ਲਈਏ ਇੱਕ ਕੜਾਹੀ, ਦੇਖ ਸਕਦੇ ਅਸੀਂ ਇੱਕ ਕੜਾਹੀ ਲਈ ਹੈ, ਉਹਦੇ ਵਿੱਚ ਅਸੀਂ ਪਾਤਾ ਆਇਲ ਪਾਉਣ ਦੇ ਬਾਅਦ ਚੰਗੇ ਤਰੀਕੇ ਨਾਲ ਗਰਮ ਹੋਣ ਦੇਣਾ। ਬਾਲਾ ਗਰਮ ਨਹੀਂ ਕਰਨਾ ਕਿ ਕੁਝ ਪਾਉਂਦੇ ਜਾਓ ਤਾਂ ਇਹ ਸੜ ਜਾਏ, ਨੋਰਮਲ ਗਰਮ ਕਰਨਾ ਹੈ। ਅਤੇ ਇਹਦੇ ਵਿੱਚ ਅਸੀਂ ਪਾ ਦੇਣੇ ਮੋਟੇ ਗਰਮ ਮਸਾਲੇ ਜਿਹੜੇ ਅਸੀਂ ਲਏ ਸੀ। ਮੋਟੇ ਗਰਮ ਮਸਾਲੇ ਪਾ ਕੇ ਇਹਨੂੰ ਚੰਗੇ ਤਰੀਕੇ ਨਾਲ ਹਿਲਾ ਦੇਣਾ। ਅਸੀਂ ਇਹਦੇ ਵਿੱਚ ਪਾ ਦੇਣਾ ਮੋਟੇ ਮਸਾਲੇ ਪਾਉਣ ਦੇ ਬਾਅਦ ਅਸੀਂ ਜਿਹੜੇ ਸਾਡੇ ਕੋਲ 4 ਵੱਡੇ ਪਿਆਜ਼ ਸੀ ਉਹਦੇ ਅੱਧਾ ਤੁਸੀਂ 2 ਵੱਡੇ ਪਿਆਜ਼ ਇਹਦੇ ਵਿੱਚ ਪਾ ਦੇਣੇ ਨੇ। ਪਿਆਜ਼ਾਂ ਨੂੰ ਅਸੀਂ ਲਾਈਟ ਬਰਾਊਨ ਕਰ ਲੈਣਾ, ਠੀਕ ਹੈ। ਜਿਹੜੇ ਪਿਆਜ਼ ਜ਼ਿਆਦਾ ਅਸੀਂ ਕੱਟੇ ਸੀ ਉਹ ਅੱਧੇ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਪਕੌੜਿਆਂ 'ਚ ਇਸਤੇਮਾਲ ਹੋਣੇ ਨੇ। ਇਹਦੇ ਵਿੱਚ ਅਸੀਂ ਇਹਦੇ ਵਿੱਚ ਪਾ ਕੇ 2 ਲਸਣ ਦੇ ਜਿਵੇਂ ਪਾ ਦੇਣੇ ਅਤੇ ਇਹ ਸਾਰੀਆਂ ਪਿਆਜ਼ਾਂ ਨੂੰ ਚੰਗੇ ਤਰੀਕੇ ਨਾਲ ਬਰਾਊਨ ਕਰ ਲੈਣਾ। ਜਦੋਂ ਜਿਹੜਾ ਇਹ ਵੇਖ ਸਕਦੇ ਸਾਡੇ ਜਿਹੜੇ ਪਿਆਜ਼ ਨੇ ਉਹ ਬਰਾਊਨ ਹੋਣਾ ਸਟਾਰਟ ਹੋ ਚੁੱਕੇ ਨੇ। ਤਕਰੀਬਨ ਜਿਹੜੇ ਸਾਡੇ ਪਿਆਜ਼ ਨੇ ਉਹ ਬਰਾਊਨ ਹੋ ਰਹੇ ਨੇ। ਇਹਨੂੰ ਅਸੀਂ 1.5 ਮਿੰਟਾਂ ਵਾਸਤੇ ਅਸੀਂ 1.5 ਮਿੰਟ 'ਚ ਸਾਡੇ ਜਿਹੜੇ ਪਿਆਜ਼ ਨੇ ਉਹ ਬਰਾਊਨ ਹੋ ਜਾਂਦੇ ਨੇ। ਅਸੀਂ ਚੰਗੇ ਤਰੀਕੇ ਨਾਲ ਇਹਨੂੰ ਬਰਾਊਨ ਕਰਨਾ। ਅਤੇ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਅਗਰ ਮੇਰੇ ਟਮਾਟਰ ਦੀ ਚਟਨੀ ਦੀ ਵੀ ਰੈਸਪੀ ਚਾਹੁੰਦੇ ਹੋ ਤਾਂ ਮੈਨੂੰ ਕਮੈਂਟਸ ਵਿੱਚ ਦੱਸਣਾ। ਤੁਸੀਂ ਮੈਨੂੰ ਕਮੈਂਟਸ ਨਹੀਂ ਕਰਦੇ, ਲੇਕਿਨ ਮੈਂ ਬੜਾ ਦੁੱਖ ਹੁੰਦਾ, ਤੁਸੀਂ ਮੈਨੂੰ ਪਲੀਜ਼ ਕਮੈਂਟਸ ਕਰ ਦਿੱਤਾ ਕੋਈ ਬਾਤ ਹੀ ਸ਼ੇਅਰ ਕਰ ਦਿੱਤਾ ਕਰੋ ਆਪਣੇ ਘਰ ਦੀ, ਜੋ ਮਰਜ਼ੀ ਬਾਤ ਸ਼ੇਅਰ ਕਰ ਦਿੱਤਾ ਕਰੋ, ਠੀਕ ਹੈ। ਕਮੈਂਟਸ ਕੀਤਾ ਕਰੋ, ਮੈਂ ਤੁਹਾਡੇ ਕਮੈਂਟਸ ਪੜ੍ਹ ਕੇ ਬਹੁਤ ਖੁਸ਼ ਹੁੰਦੀ ਹਾਂ। 2-3 ਕਮੈਂਟਸ ਆਏ ਹੁੰਦੇ ਨੇ ਲੇਕਿਨ ਮੈਂ ਬਹੁਤ ਖੁਸ਼ ਹੁੰਦੀ ਹਾਂ ਕਿ ਮੈਨੂੰ ਕਮੈਂਟਸ ਆਏ ਨੇ। ਉਹਦੇ ਬਾਅਦ ਅਸੀਂ ਜਿਹੜੇ ਮਿਰਚਾਂ ਅਤੇ ਟਮਾਟਰ ਉਹਨਾਂ ਨੂੰ ਗ੍ਰਾਈਂਡਰ 'ਚ ਗ੍ਰਾਈਂਡ ਕਰਕੇ ਰੱਖ ਲਿਆ ਅਤੇ ਅਦਰਕ ਲਸਣ ਦਾ ਪੇਸਟ ਇਹਦੇ ਵਿੱਚ ਪਾ ਕੇ ਹਿਲਾਤਾ, ਉਹਨੂੰ ਅੱਛੀ ਤਰੀਕੇ ਨਾਲ ਹਿਲਾਤਾ। ਫਿਰ ਜਿਹੜਾ ਅਸੀਂ ਲਿਆ ਸੀ ਪੇਸਟ ਬਣਾਇਆ ਸੀ ਉਹਨੂੰ ਵੀ ਅਸੀਂ ਇਹਦੇ ਵਿੱਚ ਪਾ ਕੇ ਮਿਕਸ ਕਰ ਲੈਣਾ ਸਾਰੀਆਂ ਸ਼ੈਵਾਂ ਦੇ ਨਾਲ। ਹੁਣ ਅਸੀਂ ਜਿਹੜੇ ਮਸਾਲੇ ਲਏ ਸੀ ਉਹ ਵੀ ਅਸੀਂ ਇਹਦੇ ਵਿੱਚ ਪਾ ਲੈਣੇ ਨੇ। ਤੁਸੀਂ ਮੈਨੂੰ ਲਾਈਕ ਸ਼ੇਅਰ ਸਬਸਕ੍ਰਾइब नहीं करते वो भी किया करो, ताकि जी मेरी वीडियो का थोड़ा जी कैमरा ब्लर है वो भी अच्छा हो जाएगा। मैं आईफोन ले लूँगी ट्राईपोड, ਤੁਸੀਂ ਥੋੜ੍ਹਾ ਜਿਹਾ ਮੈਂ ਸਪੋਰਟ ਕਰੋ, ਮੈਂ ਬਹੁਤ ਕੁਛ ਕਰ ਲਵਾਂਗੀ ਤੁਹਾਡੇ ਵਾਸਤੇ। ਹੁਣ ਅਸੀਂ ਇਹਦੇ ਵਿੱਚ ਜਿਹੜੀ ਸਾਡੀ ਸੀ ਅਸੀਂ ਤਿਆਰ ਕੀਤਾ ਸੀ ਮਵਾਦ, ਅਸੀਂ ਕੜੀ ਦਾ ਮਿਕਸਚਰ ਤਿਆਰ ਕੀਤਾ ਸੀ, ਉਹਨੂੰ ਅੱਛੀ ਤਰੀਕੇ ਨਾਲ ਛਾਣ ਕੇ ਅਸੀਂ ਪਾਇਆ ਤਾਂ ਕਿ ਜਿਹੜੀ ਕੋਈ ਇੱਕ ਰੋੜੀ ਵੀ ਰਹਿ ਜਾਏ। ਉਹ ਆਉਂਦੀ ਹੈ ਨਾ ਬੇਸਨ 'ਚ ਪੱਥਰ ਦੀ ਰੋੜੀ ਕਦੇ ਕਦਾਰ ਆ ਜਾਂਦੀ ਹੈ, ਗੁਠਲੀਆਂ ਆ ਜਾਂਦੀਆਂ ਨੇ, ਉਹ ਵੀ ਨਾ ਆਉਣ। ਅਤੇ ਇਹਦੇ ਵਾਸਤੇ ਅਸੀਂ ਛਾਣ ਲਿਆ, ਉਹਨੂੰ ਛਾਣਨ ਦੇ ਬਾਅਦ ਇਹਨੂੰ ਮਿਕਸ ਕਰ ਲਿਆ ਉਹਦੇ ਵਿੱਚ। ਅਤੇ ਅਸੀਂ ਦੂਜੀ ਸਾਈਡ 'ਤੇ ਜਿਹੜਾ 3 ਸੇ 4 ਮਿਰਚਾਂ ਜਿਹੜੀਆਂ ਸਾਡੇ ਕੋਲ ਰਹਿ ਗਈਆਂ ਸੀ ਉਹ ਅਸੀਂ ਇਹਦੇ ਵਿੱਚ ਪਾ ਦਿੱਤੀਆਂ ਨੇ। ਇੱਕ ਪਰਾਤ 'ਚ ਪਾ ਕੇ ਉਹਦੇ ਵਿੱਚ ਇੱਕ ਚਮਚ ਅਸੀਂ ਨਮਕ ਪਾ ਤਾ, 1 ਤੋਂ 1.5 ਚਮਚ ਅਸੀਂ ਇਹਦੇ ਵਿੱਚ ਨਮਕ ਪਾ ਤਾ। ਤੁਸੀਂ ਆਪਣੇ ਹਸਬੇ ਜ਼ਾਇਕਾ ਪਕੌੜਿਆਂ ਦਾ ਮਿਕਸਚਰ ਤਿਆਰ ਹੋਇਆ, ਤੁਸੀਂ ਆਪਣੇ ਹਸਬੇ ਜ਼ਾਇਕਾ ਨਮਕ ਪਾ ਸਕਦੇ ਹੋ। ਉਹਦੇ ਬਾਅਦ ਅਸੀਂ ਲਿਆ ਸੀ ਹਰਾ ਮਿਰਚ ਅਸੀਂ 1 ਚਮਚ ਹਰਾ ਮਿਰਚ ਲਿਆ, ਉਹਨੂੰ ਵੀ ਅਸੀਂ ਇਹਦੇ ਵਿੱਚ ਸੁੱਟਤਾ। ਹੁਣ ਅਸੀਂ ਪਾਉਣ ਲੱਗੇ ਇਹਦੇ ਵਿੱਚ ਪਕੌੜਾ ਮਿਕਸ ਈਜ਼ੀਲੀ ਸਾਹਮਣੇ ਮਾਰਟ ਤੋਂ ਮਿਲ ਜਾਂਦਾ, ਤੁਸੀਂ ਮਾਰਟ ਤੋਂ ਲੈ ਕੇ ਇਹਦੇ ਵਿੱਚ ਪਾ ਦੇਣਾ, ਠੀਕ ਹੈ। ਪਕੌੜੇ ਦਾ ਮਿਕਸਚਰ ਤਿਆਰ ਹੈ ਅਤੇ ਪਕੌੜਾ ਮਿਕਸ ਤਾਂ ਬੈਸਟ ਹੈ। ਇਹ ਪਕੌੜਾ ਮਿਕਸ ਪਾ ਤਾ ਹੈ, ਵੇਖ ਸਕਦੇ ਮੈਂ ਤੁਹਾਨੂੰ ਕਰੀਬ ਨਾਲ ਵਿਖਾ ਸਕਦੀ ਹਾਂ। ਹੁਣ ਅਸੀਂ ਇਹਦੇ ਵਿੱਚ ਪਾ ਤਾ ਸੁੱਕਾ ਧਨੀਆ, ਅਤੇ ਅਸੀਂ ਜਿਹੜਾ ਸਾਡਾ ਪਾਲਕ ਸੀ, ਪਿਆਜ਼ ਸੀ ਅਤੇ ਆਲੂ ਜਿਹੜੇ ਸਾਡੇ ਕੱਟੇ ਸੀ ਉਹ ਅਸੀਂ ਇਹਦੇ ਵਿੱਚ ਪਾ ਤੇ ਨੇ। ਸਾਰੀਆਂ ਸ਼ੈਵਾਂ ਥੋੜ੍ਹੀਆਂ ਅਸੀਂ ਕੜੀ 'ਚ ਪਾ ਦਿੱਤੀਆਂ ਨੇ ਅਤੇ ਥੋੜ੍ਹੀ ਪਕੌੜਿਆਂ ਵਾਸਤੇ ਰੱਖਤੀ। ਦੂਜੀ ਸਾਈਡ 'ਤੇ ਅਸੀਂ ਬੇਸਣ ਲੈ ਕੇ ਉਹਨੂੰ ਛਾਣ ਕੇ ਅਸੀਂ ਇਹਦੇ ਵਿੱਚ ਪਾ ਲੈਣਾ। ਛਾਨਣਾ ਜ਼ਰੂਰੀ ਹੈ ਤਾਂ ਕਿ ਬੇਸਣ 'ਚ ਕੋਈ ਰੋੜੀ ਆ ਜਾਏ ਅਤੇ ਉਹ ਨਾ ਆਵੇ। ਅਸੀਂ ਇਹਨੂੰ ਛਾਣ ਲੈਣਾ ਅਤੇ ਛਾਣਨ ਦੇ ਬਾਅਦ ਅਸੀਂ ਇਹ ਸਾਰੀਆਂ ਸ਼ੈਵਾਂ ਨੂੰ ਮਿਕਸ ਕਰ ਲੈਣਾ। ਇਹ ਸਾਰੀਆਂ ਸ਼ੈਵਾਂ ਨੂੰ ਥੋੜ੍ਹਾ ਜਿਹਾ ਨਾ ਤੁਸੀਂ ਅੱਧਾ ਘੂੰਟ 1 ਘੂੰਟ ਅਸੀਂ ਇਹਦੇ ਵਿੱਚ ਪਾ ਲੈਣਾ ਪਾਣੀ, ਤਾਂ ਕਿ ਜਿਹੜਾ ਈਜ਼ੀਲੀ ਥੋੜ੍ਹਾ ਮਿਕਸ ਹੋ ਜਾਏ। ਹੁਣ ਜਿਹੜਾ ਸਾਡਾ ਇਹ ਤਿਆਰ ਹੋ ਰਿਹਾ ਪਕੌੜਿਆਂ ਦਾ ਮਿਕਸਰ ਤਿਆਰ ਹੋ ਰਿਹਾ। ਉਹਦੇ ਬਾਅਦ ਅਸੀਂ ਤੁਹਾਨੂੰ ਮੈਂ ਵਿਖਾਉਂਦੀ ਹਾਂ ਤੁਹਾਨੂੰ ਇਹ ਸਾਡਾ ਪਕੌੜਿਆਂ ਦਾ ਮਿਕਸਚਰ ਤਿਆਰ ਹੈ। ਬਹੁਤ ਸ਼ਕਲੋਂ ਹੀ ਪਿਆਰਾ ਲੱਗ ਰਿਹਾ, ਪਕੌੜੇ ਬਣ ਕੇ ਵੀ ਬਹੁਤ ਪਿਆਰੇ ਲੱਗਣ।
ਸਾਡਾ ਪਕੌੜਿਆਂ ਦਾ ਮਿਕਸਚਰ ਤਿਆਰ ਹੈ। ਹੁਣ ਅਸੀਂ ਪਕੌੜਿਆਂ ਨੂੰ ਫਰਾਈ ਕਰਨਾ ਹੈ। ਉਹਦੇ ਪਹਿਲੇ ਮੈਂ ਤੁਹਾਨੂੰ ਕੜੀ ਦੀ ਸੂਰਤ ਹਾਲ ਵੀ ਵਿਖਾ ਸਕਦੀ ਹਾਂ। ਇਹ ਸਾਡੀ ਕੜੀ ਪੱਕ ਰਹੀ ਹੈ। ਅਸੀਂ ਇਹਦੇ ਵਿੱਚ ਪਾਤੀ ਹੈ ਲੱਸੀ। ਲੱਸੀ ਪਾਉਣ ਦੇ ਬਾਅਦ ਅੱਧੇ ਘੰਟੇ ਬਾਅਦ ਜਿਹੜਾ ਸਾਡੀ ਕੜੀ ਹੈ, ਇਹ ਵੇਖ ਸਕਦੇ ਹੋ ਇਹਦੀ ਕਿਆ ਮਜ਼ੇਦਾਰ ਸ਼ਕਲ ਆ ਗਈ ਹੈ। ਇੰਨੀ ਲਜ਼ੀਜ਼ ਕੜੀ ਲੱਗ ਰਹੀ ਹੈ, ਸ਼ਕਲੋਂ ਹੀ ਲਜ਼ੀਜ਼ ਲੱਗ ਰਹੀ ਹੈ। ਇਹਦੇ ਵਿੱਚ ਅਸੀਂ ਪਕੌੜੇ ਸ਼ਕੌੜੇ ਪਾਵਾਂਗੇ ਅਤੇ ਬਹੁਤ ਹੀ ਮਜ਼ੇਦਾਰ ਸਾਡੀ ਕੜੀ ਤਿਆਰ ਹੋ ਜਾਏਗੀ। ਹੁਣ ਅਸੀਂ ਦੂਜੀ ਸਾਈਡ 'ਤੇ ਤੁਹਾਡੀ ਕੜੀ 3 ਘੰਟਿਆਂ 'ਚ ਤਿਆਰ ਹੋ ਜਾਏਗੀ। ਦੂਜੀ ਸਾਈਡ 'ਤੇ ਅਸੀਂ ਲੈ ਲਏ ਸੀ ਚਾਵਲ। ਇਹ ਵੇਖ ਸਕਦੇ ਅਸੀਂ 1.5 ਕਿਲੋ ਚਾਵਲ ਲਏ ਨੇ। ਅਸੀਂ 1.5 ਕਿਲੋ ਚਾਵਲ ਲੈਣੇ ਅਸੀਂ ਇਹਨੂੰ ਅੱਛੇ ਤਰੀਕੇ ਨਾਲ ਭਿਗੋ ਲੈਣਾ ਹੈ। ਇਹ ਮੇਰੀ ਭੈਣ ਜਿਹੜੀ ਚੌਖੀਆਂ ਮਾਰਦੇ ਵੀ ਆਪਣੇ ਹੱਥ ਦੀ ਮਹਿੰਦੀ ਦੀ ਅਤੇ ਚਾਵਲ ਤੁਹਾਨੂੰ ਵਿਖਾ ਰਹੀ ਹੈ। ਸ਼ੌਖੀ ਹੋ ਗਈ ਸੀ ਚਾਵਲ ਵੇਖ ਕੇ ਨਾ। ਅਤੇ ਇਹ ਵੇਖ ਸਕਦੇ ਚਾਵਲ ਕਹਿ ਰਹੀ ਮੇਰੇ ਹੱਥ 'ਚ ਖਿਲੇ ਖਿਲੇ ਚਾਵਲ ਲੱਗ ਰਹੇ ਨੇ, ਇਸ ਵਾਸਤੇ ਮੈਂ ਵਿਖਾਉਂਦੀ ਹਾਂ। ਹੁਣ ਤੁਸੀਂ ਵੇਖ ਸਕਦੇ ਹੋ। ਥੋੜ੍ਹਾ ਜਿਹਾ ਮੇਰਾ ਕੈਮਰਾ ਹਿੱਲ ਗਿਆ ਸੀ, ਉਹਦੇ ਵਾਸਤੇ ਮਾਜ਼ਰਤ। ਕਿ ਅਸੀਂ ਇਹਨੂੰ ਚਾਵਲਾਂ ਨੂੰ ਭਿਗੋਦੇ ਆ ਹੁਣ ਅਸੀਂ ਇਹ ਭਿਗੋ ਕੇ ਇਹਨੂੰ ਛਾਣ ਲਿਆ। ਫਿਰ ਅਸੀਂ ਜਿਹੜਾ ਸਾਡੀ ਦੂਜੀ ਸਾਈਡ 'ਤੇ ਜਿਹੜੀ ਸਾਡੀ ਕੜੀ ਹੈ ਉਹ ਵੀ ਵੇਖ 3 ਘੰਟਿਆਂ 'ਚ ਤਿਆਰ ਹੋ ਚੁੱਕੀ ਹੈ। ਤਕਰੀਬਨ ਤਿਆਰ ਹੋ ਚੁੱਕਿਆ। ਠੀਕ ਹੈ, ਇਹ ਵੇਖ ਸਕਦੇ ਹੋ। ਉਹਦੇ ਬਾਅਦ ਅਸੀਂ ਜਿਹੜਾ ਇੱਕ ਕੜਾਹੀ ਲੈ ਲਈਏ, ਉਹ ਕੜਾਹੀ ਕਹਿੰਦੀ ਦੇਚਕਾ ਲੈ ਲਿਆ। ਉਹਦੇ ਵਿੱਚ ਪਾਣੀ ਪਾ ਕੇ ਅਸੀਂ 2 ਹਰੀ ਮਿਰਚਾਂ ਪਾਈਆਂ ਨੇ ਅਤੇ ਇੱਕ ਮੋਟੇ ਮਸਾਲੇ ਜਿਹੜੇ ਹੁੰਦੇ ਨੇ ਉਹ ਪਾਏ ਨੇ। ਕਾਲੀ ਮਿਰਚ 2 ਅਸੀਂ ਚਮਚ ਨਮਕ ਪਾ ਲਿਆ। ਅਸੀਂ ਇਹਦੇ ਵਿੱਚ ਅਤੇ ਬੋਇਲ ਕਰ ਲਿਆ ਅਤੇ ਚਾਵਲਾਂ ਨੂੰ ਅਸੀਂ ਪਾ ਤਾ ਇਹਦੇ ਵਿੱਚ। ਅਤੇ ਦੂਜੀ ਸਾਈਡ 'ਤੇ ਜਿਹੜੇ ਸਾਡੇ ਪਕੌੜੇ ਸੀ ਉਹ ਅਸੀਂ ਫਰਾਈ ਕਰਨ ਵਾਸਤੇ ਕੜਾਹੀ ਦੇ ਆਇਲ ਵਿੱਚ ਪਾ ਦਿੱਤੇ ਨੇ। ਸਾਡਾ ਜਿਹੜਾ ਆਇਲ ਹੈ ਉਹ ਨੋਰਮਲ ਫਲੇਮ 'ਚ ਅਸੀਂ ਆਇਲ ਨੂੰ ਕੀਤਾ ਹੈ। ਜ਼ਿਆਦਾ ਨਹੀਂ ਅਸੀਂ ਕਿਹਾ ਕਿ ਜਿਹੜੇ ਸਾਡੇ ਪਕੌੜੇ ਪਾਉਂਦੇ ਜਾਓ ਅਤੇ ਥੱਲੇ ਲੱਗ ਕੇ ਸੜ ਜਾਣ। ਤੁਸੀਂ ਨੋਰਮਲ ਫਲੇਮ 'ਚ ਰੱਖਣਾ। ਇਹ ਵੇਖ ਸਕਦੇ ਅਸੀਂ 2-3 ਸੈਕਿੰਡ 'ਚ ਪਕੌੜੇ ਰੱਖਿਆ। ਜਿਹੜੇ ਸਾਡੇ ਹੈ ਪਕੌੜਿਆਂ ਦੇ ਲਾਈਟ ਗੋਲਡਨ ਆ ਗਿਆ। ਗੋਲਡਨ ਆ ਗਿਆ ਸਾਡਾ ਕਲਰ। ਇਹ ਵੇਖ ਸਕਦੇ ਹੋ ਪਕੌੜੇ ਬਣ ਗਏ ਨੇ। ਇਹ ਚਿਮਟੇ ਵਿੱਚ ਠਹਿਰਦਾ ਨਹੀਂ ਪਿਆ ਪਕੌੜਾ। ਇਹ ਵੇਖ ਸਕਦੇ ਹੋ ਸਾਡੇ ਪਕੌੜੇ ਤਿਆਰ ਹੋ ਚੁੱਕੇ ਨੇ। ਅਸੀਂ ਇੰਝ ਸਾਰੇ ਪਕੌੜੇ ਤਿਆਰ ਕਰ ਲੈਣੇ ਨੇ। 3-4 ਸਾਡੇ ਪਕੌੜੇ ਤਿਆਰ ਹੋ ਸਕੇ। ਅਸੀਂ ਨਾਲ ਖਾਂਦੇ ਗਏ ਸੀ ਅਤੇ ਪਕਾਉਂਦੇ ਗਏ ਸੀ ਕਿਉਂਕਿ ਅਸੀਂ ਟਿਊਸ਼ਨ ਜਾਣਾ ਸੀ। ਅਸੀਂ ਬੱਚਿਆਂ ਨੇ ਅਤੇ ਟਿਊਸ਼ਨ ਜਾਣਾ ਸੀ ਅਤੇ ਇਸ ਵਾਸਤੇ ਅਸੀਂ ਆ ਕੇ ਹੀ ਖਾਣਾ ਖਾਧਾ ਸਕੂਨ ਨਾਲ। ਪਹਿਲੇ ਅਸੀਂ ਖਾਣ ਤਿਆਰ ਹੋ ਰਹੇ ਸੀ ਅਤੇ ਨਾਲ ਪਕੌੜੇ ਖਾ ਕੇ ਥੋੜ੍ਹੇ ਜਿਹੇ ਪਕੌੜੇ ਖਾ ਕੇ ਅਸੀਂ ਚਲੇ ਗਏ ਸੀ ਟਿਊਸ਼ਨ। ਅਤੇ ਆ ਕੇ ਆਰਾਮ ਨਾਲ ਸਕੂਲ ਨਾਲ ਬੈਠ ਕੇ ਨਾਲ ਮੰਮਾ ਦੀ ਤਾਰੀਫਾਂ ਕੀਤੀਆਂ ਨੇ। ਨਾਲ ਅਸੀਂ ਖਾਏ ਕੜੀ ਵਾਲੇ ਚਾਵਲ ਅਤੇ ਬਹੁਤ ਹੀ ਲਜ਼ੀਜ਼ ਬਣੇ ਸੀ। ਮੇਰੀ ਨਿੱਕੀ ਭੈਣ ਨੇ ਤਾਂ ਨਾ ਇੱਕ ਪੂਰੀ ਪਲੇਟ ਚਾਵਲਾਂ ਦੀ ਖਾ ਲਈ ਸੀ। ਪਹਿਲੇ ਨਹੀਂ ਖਾਂਦੀ, ਅੱਜ ਇਹਨੇ ਪੂਰੀ ਪਲੇਟ ਚਾਵਲਾਂ ਦੀ ਖਾ ਲਈ ਸੀ। ਵੇਖ ਸਕਦੇ ਹੋ ਸਾਡੇ ਪਕੌੜਿਆਂ ਦਾ ਦੂਜਾ ਪੂਰ ਵੀ ਅਸੀਂ ਪਾ ਦਿੱਤਾ ਇਹਦੇ ਵਿੱਚ ਅਤੇ ਉਹਨੂੰ ਵੀ ਅਸੀਂ ਵੇਖ ਸਕਦੇ ਕਿੰਨਾ ਸੋਹਣਾ ਸਾਡਾ ਗੋਲਡਨ ਕਲਰ ਆ ਚੁੱਕਿਆ। ਤੁਸੀਂ ਲਾਜ਼ਮੀ ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੇ ਨਾ ਸ਼ੇਅਰ ਕੀਤਾ ਕਰੋ ਅਤੇ ਕਮੈਂਟਸ ਵੀ ਕੀਤਾ ਕਰੋ। ਮੈਂ ਤੁਹਾਨੂੰ ਦੱਸਿਆ ਸੀ ਮੇਰੇ ਚੈਨਲਸ ਮੇਰੇ ਟਿਕਟੋਕ 'ਤੇ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਚੈਨਲ ਨੇ। ਉਹਨੂੰ ਤੁਸੀਂ ਫੋਲੋ ਵੀ ਕਰਨਾ, ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰਨਾ। ਇਹ ਵੇਖ ਸਕਦੇ ਇੱਕ ਸਾਈਡ 'ਤੇ ਸਾਡੇ ਬਣ ਰਹੇ ਨੇ ਅਤੇ ਇੱਕ ਸਾਈਡ 'ਤੇ ਸਾਡੇ ਮੁੱਕੀ ਵੀ ਜਾ ਰਹੇ। ਉਹ ਕਹਿ ਰਹੀ ਮੈਂ ਇੰਨੇ ਬਣਾ ਕੇ ਰੱਖਦੀ ਹਾਂ ਤੁਸੀਂ ਖਾ ਜਾਂਦੇ ਹੋ ਆ ਕੇ। ਅਤੇ ਮੈਂ ਤੁਹਾਨੂੰ ਇੱਕ ਆਪਣਾ ਦੂਸਰਾ ਚੈਨਲ ਵੀ ਦੱਸਿਆ ਸੀ ਹੜਮ ਸਟੋਰੀ ਹੋਪ ਮੇਰੀ ਵੱਡੀ ਭੈਣ ਦਾ। ਉਹ ਕਹਿ ਰਹੀ ਹੈ ਮੇਰੀ ਪ੍ਰੋਮੋਸ਼ਨ ਕਰਵਾ ਦੇ ਅਤੇ ਜ਼ਿਆਦਾ ਵਿਊਵਰਸ ਅਤੇ ਇਸ ਵਾਸਤੇ ਮੈਂ ਉਹਦਾ ਵੀ ਚੈਨਲ ਕਹਿ ਰਹੀ ਹਾਂ ਉਹਨੂੰ ਵੀ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ। ਦੂਜੀ ਸਾਈਡ 'ਤੇ ਅਸੀਂ ਜਿਹੜੀ ਰੈੱਡ ਮਿਰਚ ਸੀ ਉਹ ਅਤੇ ਜ਼ੀਰਾ ਪਾ ਕੇ ਉਹਨੂੰ ਤੜਕਾ ਲਾ ਤਾ। ਅਸੀਂ ਆਇਲ 'ਚ ਥੋੜ੍ਹਾ ਜਿਹਾ ਤੜਫਾਇਆ ਅਤੇ ਅਸੀਂ ਕੜੀ ਸਾਡੀ ਤਿਆਰ ਹੋ ਗਈ ਸੀ। ਅਸੀਂ ਪਕੌੜੇ ਪਾ ਤੇ ਨੇ ਅਤੇ ਫਿਰ ਤੜਕਾ ਲਾ ਕੇ ਅਸੀਂ ਨਾਲ ਚਾਵਲ ਵੀ ਸਾਡੇ ਬੋਇਲ ਹੋ ਚੁੱਕੇ ਨੇ। ਤੁਸੀਂ ਵੇਖ ਸਕਦੇ ਹੋ ਇੰਨੀ ਲਜ਼ੀਜ਼ ਸਾਡੀ ਕੜੀ ਬਣੀ ਸੀ। ਨਾਲ ਚਾਵਲ ਖਾਏ ਸੀ ਅਤੇ ਬਹੁਤ ਮਜ਼ਾ ਹੀ ਆ ਗਿਆ ਸੀ। ਇੰਨੀ ਲਜ਼ੀਜ਼ ਬਣੀ ਸੀ ਤੁਸੀਂ ਵੇਖ ਸਕਦੇ ਹੋ। ਅਸੀਂ ਨਾਲ ਮਿਰਚਾਂ ਵੀ ਖਾਧੀਆਂ ਸੀ ਕਿਉਂਕਿ ਮੈਂ ਤਾਂ ਨਹੀਂ ਖਾਧੀ, ਮੈਨੂੰ ਮਿਰਚ ਲੱਗ ਗਈ ਸੀ। ਮੇਰੀ ਮੰਮਾ ਬਾਬਾ ਚਾਚੂ ਚਾਚੀ ਸਭ ਨੇ ਖਾਧੀ ਸੀ ਮਿਰਚ ਵੀ ਬਹੁਤ ਮਜ਼ੇ ਦੀ ਸੀ। ਮੈਂ ਤਾਂ ਕੜੀ ਬਹੁਤ ਮਜ਼ੇਦਾਰ ਲੱਗੀ। ਤੁਸੀਂ ਕਹੋਗੇ ਆਪਣੇ ਮੂੰਹ ਮਿੱਠੂ ਆਪਣੀ ਕੜੀ ਦੀ ਤਾਰੀਫ ਕਰੀਏ, ਲੇਕਿਨ ਨਹੀਂ ਤੁਸੀਂ ਇਹਨੂੰ ਇੱਕ ਦਫਾ ਟਰਾਈ ਕਰੋਗੇ ਤਾਂ ਬਹੁਤ ਹੀ ਲਜ਼ੀਜ਼ ਹੈ। ਮੈਂ ਨਾ ਕਿ ਮੈਨੂੰ ਇੰਨੀ ਮਜ਼ੇਦਾਰ ਲੱਗੀ ਸੀ। ਮੈਂ ਕਦੇ ਨਹੀਂ ਉਂਗਲੀਆਂ ਚੱਟੀਆਂ। ਮੈਂ ਬੇਸ਼ੱਕ ਲਜ਼ਾਨੀਆ ਸਪੈਗੇਟੀਜ਼ ਮੈਂ ਕਦੇ ਉਂਗਲੀਆਂ ਨਹੀਂ ਚੱਟੀਆਂ। ਮੈਂ
ਕੜੀ ਚਾਵਲ 'ਤੇ ਉਂਗਲੀਆਂ ਆਪਣੀ ਪਲੇਟ ਚੱਟਣ ਲੱਗ ਗਈ ਸੀ, ਇੰਨੀ ਮਜ਼ੇਦਾਰ ਬਣੀ ਸੀ ਕੜੀ। ਤੁਸੀਂ ਲਾਜ਼ਮੀ ਇਹਨੂੰ ਘਰ 'ਚ ਟਰਾਈ ਕਰਿਓ, ਠੀਕ ਹੈ। ਇਹ ਵੇਖ ਸਕਦੇ ਹੋ ਸਾਡੇ ਨਾਲ ਅਸੀਂ ਚਾਵਲ ਬਣਾਏ ਸੀ। ਅਗਰ ਮੈਂ ਤੁਹਾਨੂੰ ਆਪਣੀ ਈਦ ਦੀ ਰੂਟੀਨ ਦੱਸ ਦਿੱਤੀ ਹੈ, ਲੇਕਿਨ ਤੁਸੀਂ ਅਜੇ ਤੱਕ ਮੈंने ਆਪਣੀ ਈਦ ਦੀ ਰੂਟੀਨ ਨਹੀਂ ਦੱਸੀ। ਕਮੈਂਟਸ ਵਿੱਚ ਆਪਣੀ ਈਦ ਦੀ ਰੂਟੀਨ ਦੱਸਣਾ, ਮੈਂ ਵੀ ਤੁਹਾਡੇ ਨਾਲ ਕਮੈਂਟਸ ਵਿੱਚ ਹੀ ਗੱਲਾਂ ਕਰ ਲਿਆ ਕਰਾਂ। ਥੋੜੀ ਕੁਝ ਵੀਡੀਓ 'ਚ ਗੱਲਾਂ ਕਰਾਂਗੇ, ਕੁਝ ਕਮੈਂਟ ਸੈਕਸ਼ਨ 'ਚ, ਠੀਕ ਹੈ। ਐਂਡ ਜੀ ਆਪਣੇ ਤੁਸੀਂ ਦੁੱਖ ਮੇਰੇ ਨਾਲ ਸ਼ੇਅਰ ਕਰਿਓ, ਮੈਂ ਆਪਣੇ ਸੁੱਖ ਦੁੱਖ ਤੁਹਾਡੇ ਨਾਲ ਸ਼ੇਅਰ ਕਰਾਂਗੀ। ਐਂਡ ਜੀ ਆਪਣੇ ਇੱਕ ਦੂਜੇ ਦਾ ਸਾਥੀ ਬਣ ਜਾਂਦੇ ਆ, ਠੀਕ ਹੈ। ਐਂਡ ਜੀ ਆਪਣਾ ਦੁੱਖ ਸੁੱਖ ਇੱਕ ਦੂਸਰੇ ਨਾਲ ਸ਼ੇਅਰ ਕਰਾਂਗੇ। ਸਾਡੀ ਇਹ ਕੜੀ ਵੀ VIP ਬਣੀ ਸੀ ਅਤੇ ਚਾਵਲ ਵੀ। ਤੁਸੀਂ ਲਾਜ਼ਮੀ ਇਹਨੂੰ ਟਰਾਈ ਕਰਨਾ ਘਰ 'ਚ। ਅਤੇ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਹੈ, ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਜ਼ਿਆਦਾ ਤੋਂ ਜ਼ਿਆਦਾ ਮੇਰੀ ਵੀਡੀਓ ਨੂੰ, ਠੀਕ ਹੈ। ਇਹ ਵੇਖ ਸਾਡੇ ਚਾਵਲ ਕਿੰਨੇ ਖਿਲੇ ਖਿਲੇ ਲੱਗ ਰਹੇ ਨੇ। ਅਸੀਂ ਇਹਦੇ ਉੱਤੇ ਥੋੜ੍ਹਾ ਜਿਹਾ ਧਨੀਆ ਛੱਡਤਾ ਸੀ ਅਤੇ ਬਹੁਤ ਹੀ ਲਜ਼ੀਜ਼ ਬਣੇ ਸੀ। ਦੂਜੀ ਸਾਈਡ 'ਤੇ ਅਸਲ ਹੁਣ ਆਉਂਦੇ ਆ ਮੇਨ, ਸਾਡੇ ਘਰ ਮੈਂ ਤੁਹਾਨੂੰ ਦੱਸਿਆ ਸੀ ਮਹਿਮਾਨ ਵੀ ਸੀ ਅਤੇ ਸਾਡੇ ਘਰ ਅੱਜ ਈਦ 5ਵਾਂ ਦਿਨ ਸੀ ਅਤੇ ਸਾਡੇ ਘਰ ਇੰਨੇ ਕੱਪੜੇ ਹੋ ਗਏ ਸੀ ਕਿ ਅੱਜ ਮੰਮਾ ਨੇ ਫੜ ਕੇ ਸਾਰੇ ਕੱਪੜੇ ਧੋਤੇ, ਠੀਕ ਹੈ। ਸਾਡੇ ਘਰ ਬਹੁਤ ਕੱਪੜੇ ਹੋ ਗਏ ਸੀ। ਅਸੀਂ ਛੱਤ 'ਤੇ ਚੜ੍ਹੇ ਹਾਂ ਅਤੇ ਵੇਖਿਆ ਇੰਨੇ 3-4 ਟੋਕਰੀਆਂ ਭਰੀਆਂ ਪਈਆਂ ਸੀ। ਤੁਸੀਂ ਵੇਖ ਸਕਦੇ ਹੋ ਅਸੀਂ ਸਾਰੇ ਮੰਮਾ ਨੇ ਅੱਜ ਸਾਰੇ ਧੋਤੇ। ਇਹ ਵੇਖ ਸਕਦੇ ਸਾਡੀ ਪੂਰੀ ਛੱਤ ਭਰੀ ਪਈ ਹੈ। ਮੈਂ ਤੁਹਾਨੂੰ ਅੰਦਰ ਬਰਾਂਡਾ ਵੀ ਵਿਖਾ ਦਿੰਦੀ ਹਾਂ। ਇਹ ਵੇਖ ਲਓ ਸਾਡਾ ਬਰਾਂਡਾ ਵੀ ਪੂਰਾ ਭਰਿਆ ਪਿਆ ਅਤੇ ਛੱਤ ਵੀ ਮਾਸ਼ਾਅੱਲਾ ਸਾਡੀ ਬਹੁਤ ਬੜੀ ਹੈ ਅਤੇ ਉਹ ਵੀ ਸਾਰੀ ਭਰੀ ਪਈ ਹੈ। ਇੰਨੇ ਕੱਪੜੇ ਅਸੀਂ ਅੱਜ ਧੋਏ ਸੀ, ਮਗਰ ਅੱਜ ਵੀ ਫਿਰ ਵੀ ਈਦ ਦੇ ਨਏ ਕੱਪੜੇ ਰਹਿ ਗਏ ਸੀ। ਇਹ ਵੇਖ ਸਕਦੇ ਹੋ ਨਾਲ ਸਾਡੇ ਘਰ ਮਹਿਮਾਨ ਸੀ ਅਤੇ ਇਹ ਇੱਕ ਮਿੱਠੂ ਹੈ ਸਾਡਾ ਸ਼ਹਿਜ਼ਾਦਾ ਸਲੀਮ। ਇਹ ਵੀ ਇਹਨੂੰ ਇੰਨਾ ਤੰਗ ਕੀਤਾ। ਅਸੀਂ ਕੜੀ ਵੀ ਬਣਾਉਣੀ ਸੀ, ਮੰਮਾ ਨੇ ਕੜੀ ਚਾਵਲ ਵੀ ਬਣਾਉਣੇ ਸੀ, ਪਕੌੜੇ ਵੀ ਨਾਲ ਤਲਣੇ ਸੀ ਅਤੇ ਕੱਪੜੇ ਵੀ ਧੋਣੇ ਸੀ ਅਤੇ ਇਹ ਨਾਲ ਮੰਮਾ ਨੇ ਅੱਜ ਘੀ ਵੀ ਬਣਾਇਆ ਸੀ। ਅਗਰ ਤੁਹਾਨੂੰ ਘੀ ਦੀ ਵੀ ਮੱਖਣ ਦੀ ਵੀ ਰੈਸਪੀ ਚਾਹੀਏ ਤਾਂ ਮੈਨੂੰ ਕਮੈਂਟਸ ਵਿੱਚ ਦੱਸਿਓ, ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੀ। ਇਹ ਵੇਖੋ ਇਹ ਇੰਨਾ ਤੰਗ ਕਰ ਰਿਹਾ ਸੀ, ਫਿਰ ਅਸੀਂ ਇਹਨੂੰ ਪਾਪੜ ਲਾ ਕੇ ਦਿੱਤਾ। ਇੱਕ ਪਾਪੜ ਤਾਂ ਇਹਨੂੰ ਪਸੰਦ ਨਹੀਂ ਆਇਆ, ਦੂਜੇ ਪਾਪੜ ਲਾ ਕੇ ਦਿੱਤਾ। ਫਿਰ ਇਹਨੂੰ ਚੁੱਪ ਕਰਕੇ ਥੋੜ੍ਹਾ ਖਾਧਾ। ਫਿਰ ਇਹਨੂੰ ਪਤਾ ਲੱਗ ਗਿਆ ਇਹਦੀ ਵੀਡੀਓ ਬਣ ਰਹੀ ਹੈ। ਇਹ ਡਿੱਗਾ ਚਿੱਬਾ ਹੋ ਕੇ ਹਿੱਲਣ ਲੱਗ ਗਿਆ, ਮੋਬਾਈਲ ਨੂੰ ਫੜਨ ਲੱਗ ਗਿਆ, ਕੈਮਰੇ ਨੂੰ, ਕਿ ਪਾਗਲ ਹੋ ਗਿਆ ਸੀ। ਕੈਮਰੇ ਦੀ ਫਲੈਸ਼ ਲਾਈਟ ਔਨ ਸੀ ਅਤੇ ਉਹ ਵੇਖ ਕੇ ਗਾਇਸ ਇਹਨੂੰ ਐਨਕ ਨਹੀਂ ਲੱਗੀ ਵੀ, ਉਂਝ ਇਹਨੇ ਲਾਈ ਹੋਈ ਹੈ ਸ਼ੋਖੀਆਂ ਮਾਰਨ ਵਾਸਤੇ, ਪਿਆਰੀ ਲੱਗ ਰਹੀ ਸੀ ਇਹਨੂੰ ਮਾਸ਼ਾਅੱਲਾ। ਲਾਜ਼ਮੀ ਕਮੈਂਟਸ 'ਚ ਕਹਿਣਾ ਹੈ। ਇਹ ਵੇਖ ਖਾਧੇ ਇਹਨੇ ਪਾਪੜ ਕੋਈ ਨਹੀਂ, ਸਾਰੇ ਗਿਰਾ ਤੇ ਰਹੇ ਨੇ, ਬਟ ਇਹਨੂੰ ਮਜ਼ਾ ਆ ਰਿਹਾ ਸੀ, ਇੰਜੋਏ ਕੀਤਾ। ਬਹੁਤ ਪਹਿਲੇ ਰੋਇਆ ਸੀ, ਬਹੁਤ ਪਹਿਲੇ ਰੋਇਆ ਸੀ, ਬਟ ਫਿਰ ਇਹਨੂੰ ਇੱਕ ਸਿਸਟਮ ਤਾਂ ਇਹਦੇ ਵਾਸਤੇ ਵੀ ਹੋਣਾ ਹੀ ਚਾਹੀਦਾ ਜਿੱਦਾਂ ਇਹ ਸਾਨੂੰ ਤੰਗ ਕਰਦਾ ਹੈ, ਠੀਕ ਹੈ। ਲੇਕਿਨ ਮਜ਼ਾ ਵੀ ਆਉਂਦਾ ਇਹਦੇ ਨਾਲ ਹੀ, ਬਹੁਤ ਅੱਛਾ, ਬਹੁਤ ਮਜ਼ਾ ਆਉਂਦਾ। ਇਹ ਵੇਖ ਸਕਦੇ ਹੋ ਮੈਂ ਐਂਡ 'ਤੇ ਵੀ ਤੁਹਾਨੂੰ ਆਪਣੀ ਕੜੀ ਵਿਖਾ ਦਿਆ, ਤੜਕਾ ਲਾ ਕੇ ਖਾਧੇ ਸੀ। ਤੁਸੀਂ ਇਹਨੂੰ ਖਾਣਾ, ਠੀਕ ਹੈ। ਅਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ। ਅੱਲਾ ਹਾਫਿਜ਼ ਮੇਰੇ ਸਾਰੇ ਵਿਊਵਰਸ ਨੂੰ।